वाहिगुरू जी का खालसा वाहिगुरू जी की फतेह। मैं वरिंदर सिंह सेखों अज मैं लाइव हो के मनजिंदर सिरसा दिल्ली गुरुद्वारा प्रबंधक कमेटी के प्रधान ने अकाली दल बादल वालों उन्होंने बेनती करन चाह रहा कि जेड़ा उन्होंने 2 करोड़ रुपया सिखां दे कातल एक राक्ष बंदे तो लिया अमिताभ बच्चन तो लैके उन्होंने सिख कौम दी जड़ां 'च तेल पाया, मैं उसके बारे सवाल करन चाह रहा। मैं मनजिंदर सिरसा नूं दसना चाहुंदा कि तुसीं तां दिल्ली दे विच रहने हो, तुहानूं तां दिल्ली दे विच होया सिखां दा जिहड़ा नस्लकुशी आ, जनोसाइड होया सिखां दा, उहदे बारे पूरा ज्ञान होना चाहिदा। तुहानूं पता होना चाहिदा कि किवें 1984 दे विच नवंबर दे विच गुरुद्वारा साहिबान नूं ढाया गया। दिल्ली दे विच श्री गुरु ग्रंथ साहब महाराज दे सरूप ने जिहड़े वो बाहर सिੱਟੇ गए, निशान साहब वड्डे गए। ते सारा कुछ होया क्यों? जदों अकाल तख्त साहब ते हमला होया, इंदिरा गांधी पापड़ ने यह हमला करवाया तां उहदा सौदा लग जांदा, तां उहदे सिरहाणे खड़ा होके मरी पई दी लाश दे कोल खड़ा होके अमिताभ बच्चन कह रहा, कहंदा खून दा बदला खून। ਇਹਦੇ खून ਦੇ ਛਿੱਟੇ ਨੇ ਜਿਹੜੇ ਇੰਦਰਾ ਗਾਂਧੀ ਦੇ ਇਹ ਸਿੱਖਾਂ ਦੇ ਘਰਾਂ ਤੱਕ ਜਾਣੇ ਚਾਹੀਦੇ ਨੇ। ਉਹ ਅੱਜ ਸਾਡੀ ਇੰਨੀ ਗੈਰਤ ਤੇ ਅੱਜ ਤੁਹਾਡੀ ਬਿਲਕੁਲ ਇਹ ਗੈਰਤ ਮਰ ਗਈ ਕਿ ਤੁਸੀਂ ਉਸ ਬੰਦੇ ਤੋਂ, ਰਾਖਸ਼ ਤੋਂ, ਉਸ ਬੰਦੇ ਤੋਂ, ਗੰਦੇ ਖੂਨ ਤੋਂ, ਅਮਿਤਾਭ ਬੱਚਨ ਦਾ ਗੰਦਾ ਖੂਨ ਆ, ਉਹ ਗੰਦੇ ਖੂਨ ਤੋਂ ਤੁਸੀਂ 2 ਕਰੋੜ ਰੁਪਈਆ ਸਿੱਖ ਗੁਰਦੁਆਰਿਆਂ ਲਈ, ਗੁਰਦੁਆਰਾ ਸਾਹਿਬ ਲਈ ਲੈ ਰਹੇ ਹੋ। ਸ਼ਰਮ ਆਉਣੀ ਚਾਹੀਦੀ ਆ। ਕੀ ਹੋਇਆ ਫਿਰ? ਉਹ ਬੰਦਾ ਲਾਈਵ ਹੁੰਦਾ ऑन रेडियो के उत्ते ते कहंदा खून दा बदला खून। जो कुछ नवंबर 1984 दे विच होया अमिताभ बच्चन ने करवाया, सिखां दे घरां दी निशानदेही करवाई राजीव गांधी दे नाल रल के। उस तो बाद सिखां दे गलां 'च टायर पाए गए, सिखां नूं कोह के मारिया गया, नस्लकुशी कीती गई साडी दिल्ली दे विच। ते कोई गुरु घर नहीं छड्डिया, कोई सिख नहीं छड्डिया। ते ओह बंदा अज सानू 2 करोड़ रुपया दे के मनजिंदर सिरसा नूं क्लीन चिट लेना चाहुंदा। मनजिंदर सिरसा जी, अकाली दल बादल पंजाब, तुसीं जिहड़ा सिख कौम दा इतिहास आ, अकाली दल दा इतिहास आ, उहनूं कलंकित कर रहे हो। तुसीं ये चीज़ां करके कलंकित कर रहे हो। कौम ने कदे भी किसी भी हथियारे तो, खूनी तो अज तक पैसा नहीं लिया। जो गुरुद्वारा कमेटियां दा प्रबंध चलदा जां गुरु घरां दा प्रबंध चलदा, लंगर चलदे ने, जो कुछ हो रहा ਇਹ ਬਾਬਾ ਨਾਨਕ ਦੇ 20 ਰੁਪਈਆਂ ਦੇ ਜਿਹੜਾ ਲੰਗਰ ਸ਼ੁਰੂ ਕੀਤਾ ਸੀਗਾ, ਉਹਦੇ ਵਿੱਚ ਲੋਕਾਂ ਨੇ ਯੋਗਦਾਨ ਪਾ ਕੇ ਜੋ 20 ਰੁਪਏ ਦਾ ਲੰਗਰ ਅੱਜ ਤੱਕ ਕਦੇ ਮੁੱਕਿਆ ਨਹੀਂਗਾ ਤੇ ਨਾ ਹੀ ਕਦੇ ਮੁੱਕਣਾ। ਪਰ ਤੁਸੀਂ ਕਿਉਂ 2 ਕਰੋੜ ਰੁਪਇਆ ਉਸ ਲਾਹਨਤੀ ਬੰਦੇ ਤੋਂ ਲੈ ਰਹੇ ਹੋ, ਜਿਹੜਾ ਘਟੀਆ ਇਨਸਾਨ ਆ, ਜਿਹਦੇ ਦਿਲ ਦੇ ਵਿੱਚ ਸਿੱਖਾਂ ਲਈ, ਸਿੱਖ ਕੌਮ ਦੇ ਲਈ ਨਫ਼ਰਤ ਆ, ਜਿਹਨੇ ਸਿੱਖਾਂ ਦੀ ਨਸਲਕੁਸ਼ੀ ਕਰਾਈ ਹੋਵੇ, 30,000 ਤੋਂ ਵੱਧ ਸਿੱਖਾਂ ਦਾ ਕਤਲ ਕਰਵਾਇਆ ਹੋਵੇ ਦਿੱਲੀ ਦੇ ਵਿੱਚ। ਅੱਜ ਉਹ ਬੰਦਾ ਸਾਨੂੰ 2 ਕਰੋੜ ਰੁਪਇਆ ਲੈ ਕੇ ਆਪਣੇ ਆਪ ਨੂੰ ਕਲੀਨ ਚਿੱਟ ਲੈਣਾ ਚਾਹੁੰਦਾ ਤੇ ਤੁਸੀਂ ਉਹਨੂੰ ਕਲੀਨ ਚਿੱਟ ਦੇਣਾ ਚਾਹੁੰਦੇ ਹੋ। ਪੰਜਾਬ ਦੇ ਵਿੱਚ ਤਾਂ ਅਕਾਲੀ ਦਲ ਬਾਦਲ ਨੇ RSS ਤੇ BJP ਦੇ ਨਾਲ ਮਿਲ ਕੇ ਅਕਾਲ ਤਖਤ ਸਾਹਿਬ ਨੂੰ RSS ਦੇ ਥੱਲੇ ਦੇ ਦਿੱਤਾ। ਜਿਹੜੇ ਜਥੇਦਾਰ ਨੇ ਉਹ ਵੀ RSS ਦੇ ਹੁਕਮ ਪੜ੍ਹ ਕੇ ਸੁਣਾਉਂਦੇ ਨੇ। ਯਾਰ ਕਿਤੇ ਤਾਂ ਛੱਡ ਦਿਓ ਕੌਮ ਨੂੰ। ਸਿਰਸਾ ਸਾਹਿਬ, ਤੁਸੀਂ ਤਾਂ ਮਾੜਾ ਮੋਟਾ ਤਰਸ ਕਰੋ ਕੌਮ ਤੇ। ਤੁਸੀਂ ਤਾਂ ਦਿੱਲੀ 'ਚ ਵਿੱਚ ਬੈਠੇ ਹੋ ਜਿੱਥੇ ਸਾਰਾ ਕੁਝ ਹੋਇਆ, ਜਿੱਥੇ ਨਵੰਬਰ 1984 ਦੇ ਵਿੱਚ ਜੋ ਭਾਣਾ ਵਾਪਰਿਆ, ਤੁਸੀਂ ਉਸੇ ਦਿੱਲੀ ਦੇ ਵਿੱਚ ਬੈਠੇ ਹੋ। ਉਹ ਅੱਜ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੇ 2-2 ਕਰੋੜ ਰੁਪਈਆ ਦੇ ਕੇ ਕਲੀਨ ਚਿੱਟਾ ਲੈਣਗੇ ਸਾਡੇ ਕੋਲੋਂ। ਕੌਮ ਨੂੰ ਬਿਲਕੁਲ ਵੀ ਮਨਜ਼ੂਰ ਨਹੀਂ। ਮੈਂ ਐਲਾਨ ਕਰਦਾ ਕਿ ਸਿਰਸੇ ਦਾ ਵਿਰੋਧ ਕਰਾਂਗੇ ਤੇ ਘਰਾਓ ਵੀ ਕਰਾਂਗੇ ਜੇ ਸਿਰਸੇ ਨੇ ਇਹਦਾ 2 ਕਰੋੜ ਰੁਪਇਆ ਵਾਪਸ ਨਾ ਕੀਤਾ। ਮੈਂ ਸਿਰਸੇ ਨੂੰ ਦੱਸਣਾ ਚਾਹੁੰਦਾ, ਇਹਦਾ 2 ਕਰੋੜ ਰੁਪਇਆ ਵਾਪਸ ਕਰੇ ਤੇ ਨਾਲੇ ਦੱਸੇ ਕਿ ਜਿਹਨੇ ਸਿੱਖਾਂ ਦੀ ਨਸਲਕੁਸ਼ੀ ਕਰਾਈ ਹੋਵੇ 1984 ਦੇ ਵਿੱਚ, ਅਸੀਂ ਇਹੋ ਜਿਹੇ ਹਥਿਆਰੇ ਬੰਦੇ ਤੋਂ ਪੈਸੇ ਨਹੀਂ ਲੈ ਸਕਦੇ। ਗੁਰਦੁਆਰਾ ਸਾਹਿਬ ਦਾ ਪ੍ਰਬੰਧ ਜਾਂ ਲੰਗਰ ਨੇ ਇਹ ਇਹੋ ਜਿਹੇ ਹਥਿਆਰਿਆਂ ਦੇ ਪੈਸਿਆਂ ਦੇ ਨਾਲ ਨਹੀਂ ਚੱਲ ਸਕਦਾ। ਯਾਰ ਕਦੇ ਤੁਸੀਂ ਅਡਵਾਨੀ ਨੂੰ ਸਰੋਪਾ ਦਿੰਦੇ ਹੋ ਦਰਬਾਰ ਸਾਹਿਬ ਤੋਂ, ਕਦੇ ਤੁਸੀਂ ਬਾਜਪਾਈ ਨੂੰ ਦਿੰਦੇ ਹੋ, ਕਦੇ ਤੁਸੀਂ ਉਹਨਾਂ ਲੋਕਾਂ ਨੂੰ ਜਿਹੜੇ ਕਹਿੰਦੇ ਸੀਗੇ ਵੀ ਇਹਨਾਂ ਨੂੰ ਪਾਕਿਸਤਾਨ ਭੇਜੋ, ਜਿਨ੍ਹਾਂ ਨੇ ਸਾਡੀ ਨਸਲਕੁਸ਼ੀ ਕੀਤੀ ਆ, ਤੁਸੀਂ ਉਹਨਾਂ ਨੂੰ ਦਰਬਾਰ ਸਾਹਿਬ ਦੇ ਵਿੱਚ ਬੁਲਾ ਕੇ ਉੱਥੇ ਸਰੋਪੇ ਦਿੰਦੇ ਹੋ। ਕੀ ਕੁਝ ਨਹੀਂ ਕਰੇ। ਕਦੇ ਤੁਹਾਡਾ ਬਾਦਲ ਸਰਸੇ ਵਾਲੇ ਨੂੰ ਮਾਫੀ ਦੇ ਦਿੰਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਵਾਤੀ, ਉਹਨਾਂ ਦੇ ਦੋਸ਼ੀਆਂ ਨੂੰ ਨਹੀਂ ਫੜਿਆ ਜਾਂਦਾ। ਬਾਦਲ ਪਰਿਵਾਰ ਨੇ ਕਰਵਾਈ ਆ। ਬਿਕਰਮਜੀਤ ਸਿੰਘ ਮਜੀਠੀਆ ਚਿੱਟਾ ਵੇਚ ਰਿਹਾ।
ਜੋ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਅਕਾਲੀ ਦਲ ਬਿਲਕੁਲ ਕਲੰਕਿਤ ਕਰਕੇ ਰੱਖਤਾ ਤੁਸੀਂ। ਸਾਰਾ ਸਿੱਖ ਕੌਮ ਦਾ ਇਤਿਹਾਸ ਸੀ ਸਾਡਾ, ਸਾਰੇ ਦਾ ਸਾਰਾ ਤੁਸੀਂ ਕਲੰਕਿਤ ਕਰਕੇ ਧਰ ਦਿੱਤਾ। ਤੁਸੀਂ ਆਪਣੇ ਨਿੱਜੀਆਂ ਗਰਜਾਂ ਲਈ, ਆਪਣੀ ਨਿੱਜੀ ਸ਼ੌਹਰਤ ਦੇ ਲਈ, ਆਪਣੇ ਆਪ ਨੂੰ ਸੈਂਟਰ ਦੇ ਅੱਗੇ ਦੇਸ਼ ਭਗਤ ਤੇ ਵਫਾਦਾਰ ਦਿਖਾਉਣ ਦੇ ਲਈ, ਸੈਂਟਰ ਗਵਰਨਮੈਂਟ ਦੇ ਅੱਗੇ ਤੁਸੀਂ ਆਪਣੇ ਆਪ ਨੂੰ ਵਫਾਦਾਰ ਦਿਖਾਉਣ ਦੇ ਲਈ, ਦੇਸ਼ ਭਗਤ ਦਿਖਾਉਣ ਦੇ ਲਈ ਤੁਸੀਂ ਸਿੱਖਾਂ ਦੀਆਂ ਤੇ ਸਿੱਖ ਕੌਮ ਦੀਆਂ ਜੜ੍ਹਾਂ 'ਚ ਤੇਲ ਪਾ ਰਹੇ ਹੋ। ਪਰ ਕੌਮ ਇਹ ਬਰਦਾਸ਼ਤ ਨਹੀਂ ਕਰੂਗੀ, ਨਾ ਕਦੇ ਕੌਮ ਤੁਹਾਨੂੰ ਮਾਫ ਕਰੂਗੀ। ਯਾਰ ਮੈਨੂੰ ਦੱਸੋ ਤਾਂ ਸਹੀ, ਉਸ ਬੰਦੇ ਤੋਂ ਪੈਸੇ ਲੈ ਰਹੇ ਹੋ ਤੁਸੀਂ? ਮੈਂ ਬੇਨਤੀ ਕਰਦਾ ਸਾਰਿਆਂ ਨੂੰ, ਇਹ ਸਿਰਸੇ ਨੂੰ ਸਵਾਲ ਕੀਤਾ ਜਾਵੇ, ਤੁਰੰਤ ਉਹਦੇ ਪੈਸੇ ਵਾਪਸ ਕੀਤੇ ਜਾਣ ਤੇ ਲਿਖਿਆ ਜਾਵੇ ਤੇ ਇਹ ਕਹਿ ਕੇ ਵਾਪਸ ਕੀਤੇ ਜਾਣ ਕਿ ਸਿੱਖਾਂ ਦੇ ਹਥਿਆਰੇ ਤੋਂ ਅਸੀਂ ਪੈਸੇ ਨਹੀਂ ਲੈ ਸਕਦੇ। ਇਹਨਾਂ ਨੇ ਤਾਂ ਯਾਰ ਸਰਸੇ ਵਾਲੇ ਸਾਧ ਨੂੰ ਮਾਫੀ ਦੇਤੀ ਤੇ ਬਾਈਬਲ ਕਲਾਂ ਦੇ ਵਿੱਚ ਗੋਲੀਆਂ ਚਲਵਾ ਕੇ ਸਾਡੇ 2 ਸਿੰਘ ਸ਼ਹੀਦ ਕਰਵਾਤੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਇਹਨਾਂ ਨੇ ਕਰਵਾਈ ਆ ਤੇ ਕੈਪਟਨ ਸਾਹਿਬ ਮਿਲ ਕੇ ਇਹਨਾਂ ਨੂੰ ਬਚਾ ਰਹੇ ਨੇ। ਸੋ ਦਿੱਲੀ ਦੇ ਵਿੱਚ ਤਾਂ ਘੱਟੋ ਘੱਟ ਸਿਰਸਾ ਸਾਹਿਬ, ਤੁਸੀਂ ਦਿੱਲੀ ਦੇ ਵਿੱਚ ਇਹ ਘਟਨਾ ਹੋਈਆਂ ਨੇ, ਦਿੱਲੀ ਦੇ ਵਿੱਚ ਸਿੱਖਾਂ ਨੂੰ ਮਾਰਿਆ ਗਿਆ, ਲਾਸ਼ਾਂ ਬਲਾਤਕਾਰ ਹੋਏ ਨੇ ਦਿੱਲੀ ਦੇ ਵਿੱਚ ਸ਼ਰੇਆਮ ਰੋਡਾਂ ਦੇ ਉੱਤੇ। ਅਸੀਂ ਕਿਵੇਂ ਭੁੱਲ ਸਕਦੇ ਹਾਂ ਨਵੰਬਰ 1984 ਜਦੋਂ ਸਾਡੀਆਂ ਧੀਆਂ ਨੂੰ, ਸਾਡੀਆਂ ਮਾਵਾਂ ਨੂੰ, ਯਾਰ ਤੁਸੀਂ ਉਹ ਬਿੱਡੋ ਕਲੋਨੀਓ ਦੇਖ ਲੈਂਦਾ ਯਾਰ, ਇਹ ਤੋਂ ਪੈਸੇ ਲੈਣ ਤੋਂ ਪਹਿਲਾਂ ਤੂੰ ਸ਼ਰਮ ਕਰਨੀ ਚਾਹੀਦੀ ਆ ਮਾੜੀ ਮੋਟੀ। ਯਾਰ ਤੁਸੀਂ ਸਿੱਖ ਕੌਮ ਦਾ ਇਤਿਹਾਸ ਨੂੰ ਕਲੰਕਿਤ ਕਰ ਰਹੇ ਹੋ ਤੁਸੀਂ ਲੋਕ। ਕੀ ਸਾਡੀਆਂ ਆਉਣ ਵਾਲੀਆਂ ਨਸਲਾਂ ਪੜ੍ਹਨਗੀਆਂ? ਕੀ ਅਸੀਂ ਦੱਸਾਂਗੇ ਨਸਲਾਂ ਨੂੰ ਆਪਣੀਆਂ ਨੂੰ ਵੀ ਜਿਹੜੇ ਅਮਿਤਾਭ ਬੱਚਨ ਨੇ ਇੰਦਰਾ ਗਾਂਧੀ ਮਰੀ ਦੇ ਸਰਾਣੇ ਖੜ ਕੇ ਕਿਹਾ ਕਿ ਖੂਨ ਦਾ ਬਦਲਾ ਖੂਨ, ਇੰਦਰਾ ਗਾਂਧੀ ਦੇ ਖੂਨ ਦੇ ਛਿੱਟੇ ਸਿੱਖਾਂ ਦੇ ਘਰਾਂ ਤੱਕ ਜਾਣੇ ਚਾਹੀਦੇ ਨੇ। ਜਿਹੜੇ ਅਮਿਤਾਭ ਬੱਚਨ ਨੇ ਰਾਜੀਵ ਨਾਲ ਮਿਲ ਕੇ ਸਿੱਖਾਂ ਦੇ ਘਰਾਂ ਦੀਆਂ ਰਾਤੋਂ ਰਾਤ ਵੋਟਰ ਲਿਸਟਾਂ ਮੰਗਾ ਕੇ ਰਾਤੋਂ ਰਾਤ ਸਿੱਖਾਂ ਦੇ ਘਰਾਂ ਦੀਆਂ ਨਿਸ਼ਾਨਦੇਹੀਆਂ ਕੀਤੀਆਂ, ਉੱਥੇ ਪੈਟਰੋਲ ਬੰਬ ਲਿਆਂਦੇ, ਉੱਥੇ ਟਾਇਰ ਮੰਗਾਏ ਗਏ, ਉੱਥੇ ਹੋਰ ਸਾਰੀ ਸਮੱਗਰੀ ਮੁਹੱਈਆ ਕਰਵਾਈ ਗਈ ਕਿ ਸਿੱਖਾਂ ਨੂੰ ਸਬਕ ਸਿਖਾਇਆ ਜਾਵੇ। ਉਹ ਅਮਿਤਾਭ ਬੱਚਨ ਤੋਂ ਤੁਸੀਂ ਪੈਸੇ ਲੈ ਰਹੇ ਹੋ? ਸ਼ਰਮ ਕਰਨੀ ਚਾਹੀਦੀ ਆ ਮਾੜੀ ਮੋਟੀ ਯਾਰ ਤੁਹਾਨੂੰ। ਕਦੇ ਵੀ ਸਿੱਖ ਕੌਮ ਬਰਦਾਸ਼ਤ ਨਹੀਂ ਕਰੂਗੀ। ਨਾ ਅੱਜ ਤੱਕ ਗੁਰੂ ਦਾ ਲੰਗਰ ਇਹਨਾਂ ਲੋਕਾਂ ਦੇ ਪੈਸਿਆਂ ਨਾਲ ਚੱਲਿਆ, ਨਾ ਹੀ ਚੱਲਦਾ ਆਇਆ। ਅਸੀਂ ਤਾਂ, ਸਾਡੇ ਗੁਰੂ ਸਾਹਿਬਾਨਾਂ ਨੇ ਤਾਂ ਅਕਬਰ ਜੰਗੀਰ ਦੇ ਰਿਹਾ ਸੀ ਲੰਗਰ ਨੂੰ, ਉਹ ਨਹੀਂ ਲਈ ਹੈਗੀ, ਤੇ ਤੁਸੀਂ ਸਿਰਫ 2 ਕਰੋੜ ਤੇ ਇਹਨੂੰ ਕਲੀਨ ਚਿੱਟ ਦੇਣ ਨੂੰ ਫਿਰਦੇ ਹੋ। ਬਿਲਕੁਲ ਸਿਰਸੇ ਦਾ ਘਰਾਓ ਕਰਾਂਗੇ, ਸਿਰਸੇ ਨੂੰ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਜੇ ਤੁਸੀਂ ਇਹ ਕੰਮ ਕਰੋਗੇ। ਤੇ ਮੈਂ ਆਸ ਕਰਦਾ ਕਿ ਬਿਲਕੁਲ ਜਿਹੜੀ ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਜਿੰਨੇ ਵੀ ਮੈਂਬਰ ਨੇ ਉਹਦੇ ਵਿੱਚ, ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ, ਯਾਰ ਤੁਸੀਂ ਦਿੱਲੀ ਦੇ ਵਿੱਚ ਰਹਿੰਦੇ ਹੋ। ਸਾਰੀ ਦਿੱਲੀ ਕਮੇਟੀ ਨੂੰ ਮੈਂ ਪੁੱਛਣਾ ਚਾਹੁੰਦਾ, ਤੁਸੀਂ ਦਿੱਲੀ ਦੇ ਵਿੱਚ ਰਹਿੰਦੇ ਹੋ, ਤੁਸੀਂ ਉਸ ਟਾਈਮ ਦੇ ਗਵਾਹ ਵੀ ਹੋ ਜਿਸ ਟਾਈਮ ਸਾਡੇ ਨਾਲ ਇਹ ਕੁਝ ਹੋਇਆ। ਸਾਰੇ ਪ੍ਰੂਫ ਨੇ, ਕਿਹਨੇ ਕਰਵਾਇਆ, ਕਿਵੇਂ ਹੋਇਆ। ਅੱਜ ਉਹ ਬੰਦਾ ਸਾਨੂੰ 2 ਕਰੋੜ ਰੁਪਇਆ ਦੇ ਕੇ ਕਹਿੰਦਾ ਮੈਨੂੰ ਕਲੀਨ ਚਿੱਟ ਮਿਲ ਜੂਗੀ, ਮੈਂ ਸਿੱਖਾਂ ਨੂੰ 2 ਕਰੋੜ ਰੁਪਇਆ ਦੇਤਾ। ਬਿਲਕੁਲ ਵੀਰੇ ਸਿਰਸੇ ਨੂੰ ਵਿਧਵਾ ਕਲੋਨੀ ਦਿਸਦੀ ਹੋ ਨਹੀਂ। ਮੈਂ ਉਹੀ ਕਹਿਣਾ ਸਿਰਸਾ ਸਾਹਿਬ, ਵਿਧਵਾ ਕਲੋਨੀ ਦੇ ਵਿੱਚ ਗੇੜਾ ਮਾਰਿਆ ਓ, ਜਾ ਕੇ ਉੱਥੇ ਮਾਤਾ ਜਗਦੀਸ਼ ਕੌਰ ਦੀਆਂ ਗੱਲਾਂ ਸੁਣ ਲਿਓ ਤੇ ਉੱਥੇ ਵਿਧਵਾ ਕਲੋਨੀ ਦੇ ਵਿੱਚ ਜਾ ਕੇ ਸਾਡੀਆਂ ਮਾਤਾਵਾਂ ਨੂੰ ਮਿਲਿਆ ਓ। ਜਾ ਕੇ ਸ਼ਾਇਦ ਤੁਹਾਡੀ ਜਿਹੜੀ ਜ਼ਮੀਰ ਮਰੀ ਹੋਈ, ਸੁੱਤੇ ਹੋਈ ਜ਼ਮੀਰ ਆ, ਤੁਹਾਡੀ ਅਣਖ ਜਾਗ ਆਵੇ, ਤੁਹਾਨੂੰ ਉੱਥੇ ਜਾਇਆ ਓ। ਵਿਡੋ ਕਲੋਨੀ ਦੇ ਵਿੱਚ ਜਿਹੜੀ ਵਿਧਵਾ ਕਲੋਨੀ ਆ, ਉੱਥੇ ਜਾ ਕੇ ਉੱਥੇ ਦੇਖ ਆਇਓ। ਬਿਲਕੁਲ ਵੀ ਕੌਮ ਨੂੰ ਬਰਦਾਸ਼ਤ ਨਹੀਂ, ਸਾਨੂੰ ਨਹੀਂ ਲੋੜ ਇਹੋ ਜਿਹੇ ਖੂਨੀ ਦੀ, ਪਤਾ ਨਹੀਂ ਕਿਹਦੀ ਗੰਦੀ ਔਲਾਦ ਆ ਅਮਿਤਾਭ ਬੱਚਨ, ਇਹੋ ਜਿਹੇ ਗੰਦੇ ਖੂਨ ਦੀ ਸਾਨੂੰ ਬਿਲਕੁਲ ਵੀ, ਗੰਗੂ ਦੇ ਖੂਨ ਦੀ। 2 ਕਰੋੜ ਕੀ ਸਾਨੂੰ ਅਰਬਾਂ ਖਰਬਾਂ ਰੁਪਈਆ ਵੀ ਦੇ ਦੇਵੇ ਤਾਂ ਵੀ ਇਹਨੂੰ ਸਾਨੂੰ ਮਨਜ਼ੂਰ ਨਹੀਂ ਸਿੱਖ ਕੌਮ ਨੂੰ। ਮੈਂ ਆਸ ਕਰਦਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਹੋਰ ਮੈਂਬਰ ਨੇ ਉਹ ਸਾਰੇ ਇਸ ਚੀਜ਼ ਦਾ ਵਿਰੋਧ ਕਰਨ ਤੇ ਸਿੱਖ ਕੌਮ ਦੀਆਂ ਜਿਹੜੀਆਂ ਭਾਵਨਾਵਾਂ ਬਿਲਕੁਲ ਇਸ ਨਾਲ ਬਲੂੰਦਰੀਆਂ ਗਈਆਂ ਨੇ, ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਇਹਦਾ ਪੈਸਾ ਵਾਪਸ ਕੀਤਾ ਜਾਵੇ ਤੇ ਕਿਹਾ ਜਾਵੇ ਕਿ ਅਸੀਂ ਇਹੋ ਜਿਹੇ ਕਾਤਲ ਬੰਦੇ ਤੋਂ ਪੈਸੇ ਨਹੀਂ ਲੈ ਸਕਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਵਰਿੰਦਰ ਸਿੰਘ ਸੇਖੋਂ। ਅੱਜ ਮੈਂ ਲਾਈਵ ਹੋ ਕੇ ਮਨਜਿੰਦਰ ਸਿਰਸਾ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਅਕਾਲੀ ਦਲ ਬਾਦਲ ਵੱਲੋਂ, ਉਹਨਾਂ ਨੂੰ ਬੇਨਤੀ ਕਰਨ ਚਾਹ ਰਿਹਾ ਕਿ ਜਿਹੜਾ ਉਹਨਾਂ ਨੇ 2 ਕਰੋੜ ਰੁਪਈਆ ਸਿੱਖਾਂ ਦੇ ਕਾਤਲ ਇੱਕ ਰਾਖਸ਼ ਬੰਦੇ ਤੋਂ ਲਿਆ, ਅਮਿਤਾਭ ਬੱਚਨ ਤੋਂ ਲੈ ਕੇ ਉਹਨਾਂ ਨੇ ਸਿੱਖ ਕੌਮ ਦੀਆਂ ਜੜ੍ਹਾਂ 'ਚ ਤੇਲ ਪਾਇਆ, ਮੈਂ ਉਸ ਦੇ ਬਾਰੇ ਸਵਾਲ ਕਰਨ ਚਾਹ ਰਿਹਾ। ਮੈਂ ਮਨਜਿੰਦਰ ਸਿਰਸਾ ਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਤਾਂ ਦਿੱਲੀ ਦੇ ਵਿੱਚ ਰਹਿੰਦੇ ਹੋ,
ਤੁਹਾਨੂੰ ਤਾਂ ਦਿੱਲੀ ਦੇ ਵਿੱਚ ਹੋਇਆ ਸਿੱਖਾਂ ਦਾ ਜਿਹੜਾ ਨਸਲਕੁਸ਼ੀ ਆ, ਜਨੋਸਾਈਡ ਹੋਇਆ ਸਿੱਖਾਂ ਦਾ, ਉਹਦੇ ਬਾਰੇ ਪੂਰਾ ਗਿਆਨ ਹੋਣਾ ਚਾਹੀਦਾ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਵੇਂ 1984 ਦੇ ਵਿੱਚ ਨਵੰਬਰ ਦੇ ਵਿੱਚ ਗੁਰਦੁਆਰਾ ਸਾਹਿਬਾਨ ਨੂੰ ਢਾਇਆ ਗਿਆ ਦਿੱਲੀ ਦੇ ਵਿੱਚ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਨੇ ਜਿਹੜੇ ਉਹ ਬਾਹਰ ਸਿੱਟੇ ਗਏ, ਨਿਸ਼ਾਨ ਸਾਹਿਬ ਵੱਢੇ ਗਏ। ਤੇ ਸਾਰਾ ਕੁਝ ਹੋਇਆ ਕਿਉਂ? ਜਦੋਂ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ, ਇੰਦਰਾ ਗਾਂਧੀ ਪਾਪਣ ਨੇ ਇਹ ਹਮਲਾ ਕਰਵਾਇਆ, ਤਾਂ ਉਹਦਾ ਸੌਦਾ ਲੱਗ ਜਾਂਦਾ। ਤਾਂ ਉਹਦੇ ਸਿਰਹਾਣੇ ਖੜਾ ਹੋ ਕੇ, ਮਰੀ ਪਈ ਦੀ ਲਾਸ਼ ਦੇ ਕੋਲ ਖੜਾ ਹੋ ਕੇ ਅਮਿਤਾਭ ਬੱਚਨ ਕਹਿ ਰਿਹਾ, ਕਹਿੰਦਾ ਖੂਨ ਦਾ ਬਦਲਾ ਖੂਨ। ਇਹਦੇ ਖੂਨ ਦੇ ਛਿੱਟੇ ਨੇ ਜਿਹੜੇ ਇੰਦਰਾ ਗਾਂਧੀ ਦੇ, ਇਹ ਸਿੱਖਾਂ ਦੇ ਘਰਾਂ ਤੱਕ ਜਾਣੇ ਚਾਹੀਦੇ ਨੇ। ਉਹ ਅੱਜ ਸਾਡੀ ਇੰਨੀ ਗੈਰਤ ਤੇ ਅੱਜ ਤੁਹਾਡੀ ਬਿਲਕੁਲ ਇਹ ਗੈਰਤ ਮਰ ਗਈ ਕਿ ਤੁਸੀਂ ਉਸ ਬੰਦੇ ਤੋਂ, ਰਾਖਸ਼ ਤੋਂ, ਉਸ ਬੰਦੇ ਤੋਂ, ਗੰਦੇ ਖੂਨ ਤੋਂ, ਅਮਿਤਾਭ ਬੱਚਨ ਦਾ ਗੰਦਾ ਖੂਨ ਆ, ਉਹ ਗੰਦੇ ਖੂਨ ਤੋਂ ਤੁਸੀਂ 2 ਕਰੋੜ ਰੁਪਈਆ ਸਿੱਖ ਗੁਰਦੁਆਰਿਆਂ ਲਈ, ਗੁਰਦੁਆਰਾ ਸਾਹਿਬ ਲਈ ਲੈ ਰਹੇ ਹੋ। ਸ਼ਰਮ ਆਉਣੀ ਚਾਹੀਦੀ ਆ। ਕੀ ਹੋਇਆ ਫੇਰ? ਉਹ ਬੰਦਾ ਲਾਈਵ ਹੁੰਦਾ ਔਨ ਰੇਡੀਓ ਦੇ ਉੱਤੇ ਤੇ ਕਹਿੰਦਾ ਖੂਨ ਦਾ ਬਦਲਾ ਖੂਨ। ਜੋ ਕੁਛ ਨਵੰਬਰ 1984 ਦੇ ਵਿੱਚ ਹੋਇਆ, ਅਮਿਤਾਭ ਬੱਚਨ ਨੇ ਕਰਵਾਇਆ, ਸਿੱਖਾਂ ਦੇ ਘਰਾਂ ਦੀ ਨਿਸ਼ਾਨਦੇਹੀ ਕਰਵਾਈ ਰਾਜੀਵ ਗਾਂਧੀ ਦੇ ਨਾਲ ਰਲ ਕੇ। ਉਸ ਤੋਂ ਬਾਅਦ ਸਿੱਖਾਂ ਦੇ ਗਲਾਂ 'ਚ ਟਾਇਰ ਪਾਏ ਗਏ, ਸਿੱਖਾਂ ਨੂੰ ਕੋਹ ਕੇ ਮਾਰਿਆ ਗਿਆ, ਨਸਲਕੁਸ਼ੀ ਕੀਤੀ ਗਈ ਸਾਡੀ ਦਿੱਲੀ ਦੇ ਵਿੱਚ। ਤੇ ਕੋਈ ਗੁਰੂ ਘਰ ਨਹੀਂ ਛੱਡਿਆ, ਕੋਈ ਸਿੱਖ ਨਹੀਂ ਛੱਡਿਆ। ਤੇ ਉਹ ਬੰਦਾ ਅੱਜ ਸਾਨੂੰ 2 ਕਰੋੜ ਰੁਪਈਆ ਦੇ ਕੇ ਮਨਜਿੰਦਰ ਸਿਰਸਾ ਨੂੰ ਕਲੀਨ ਚਿੱਟ ਲੈਣਾ ਚਾਹੁੰਦਾ। ਮਨਜਿੰਦਰ ਸਿਰਸਾ ਜੀ, ਅਕਾਲੀ ਦਲ ਬਾਦਲ ਪੰਜਾਬ, ਤੁਸੀਂ ਜਿਹੜਾ ਸਿੱਖ ਕੌਮ ਦਾ ਇਤਿਹਾਸ ਆ, ਅਕਾਲੀ ਦਲ ਦਾ ਇਤਿਹਾਸ ਆ, ਉਹਨੂੰ ਕਲੰਕਿਤ ਕਰ ਰਹੇ ਹੋ। ਤੁਸੀਂ ਇਹ ਚੀਜ਼ਾਂ ਕਰਕੇ ਕਲੰਕਿਤ ਕਰ ਰਹੇ ਹੋ। ਕੌਮ ਨੇ ਕਦੇ ਵੀ ਕਿਸੇ ਵੀ ਹਥਿਆਰੇ ਤੋਂ, ਖੂਨੀ ਤੋਂ ਅੱਜ ਤੱਕ ਪੈਸਾ ਨਹੀਂ ਲਿਆ। ਜੋ ਗੁਰਦੁਆਰਾ ਕਮੇਟੀਆਂ ਦਾ ਪ੍ਰਬੰਧ ਚੱਲਦਾ ਜਾਂ ਗੁਰੂ ਘਰਾਂ ਦਾ ਪ੍ਰਬੰਧ ਚੱਲਦਾ, ਲੰਗਰ ਚੱਲਦੇ ਨੇ, ਜੋ ਕੁਝ ਹੋ ਰਿਹਾ, ਇਹ ਬਾਬਾ ਨਾਨਕ ਦੇ 20 ਰੁਪਈਆਂ ਦੇ ਜਿਹੜਾ ਲੰਗਰ ਸ਼ੁਰੂ ਕੀਤਾ ਸੀਗਾ, ਉਹਦੇ ਵਿੱਚ ਲੋਕਾਂ ਨੇ ਯੋਗਦਾਨ ਪਾ ਕੇ ਜੋ 20 ਰੁਪਏ ਦਾ ਲੰਗਰ ਅੱਜ ਤੱਕ ਕਦੇ ਮੁੱਕਿਆ ਨਹੀਂਗਾ ਤੇ ਨਾ ਹੀ ਕਦੇ ਮੁੱਕਣਾ। ਪਰ ਤੁਸੀਂ ਕਿਉਂ 2 ਕਰੋੜ ਰੁਪਇਆ ਉਸ ਲਾਹਨਤੀ ਬੰਦੇ ਤੋਂ ਲੈ ਰਹੇ ਹੋ, ਜਿਹੜਾ ਘਟੀਆ ਇਨਸਾਨ ਆ, ਜਿਹਦੇ ਦਿਲ ਦੇ ਵਿੱਚ ਸਿੱਖਾਂ ਲਈ, ਸਿੱਖ ਕੌਮ ਦੇ ਲਈ ਨਫ਼ਰਤ ਆ, ਜਿਹਨੇ ਸਿੱਖਾਂ ਦੀ ਨਸਲਕੁਸ਼ੀ ਕਰਾਈ ਹੋਵੇ, 30,000 ਤੋਂ ਵੱਧ ਸਿੱਖਾਂ ਦਾ ਕਤਲ ਕਰਵਾਇਆ ਹੋਵੇ ਦਿੱਲੀ ਦੇ ਵਿੱਚ। ਅੱਜ ਉਹ ਬੰਦਾ ਸਾਨੂੰ 2 ਕਰੋੜ ਰੁਪਇਆ ਲੈ ਕੇ ਆਪਣੇ ਆਪ ਨੂੰ ਕਲੀਨ ਚਿੱਟ ਲੈਣਾ ਚਾਹੁੰਦਾ ਤੇ ਤੁਸੀਂ ਉਹਨੂੰ ਕਲੀਨ ਚਿੱਟ ਦੇਣਾ ਚਾਹੁੰਦੇ ਹੋ। ਪੰਜਾਬ ਦੇ ਵਿੱਚ ਤਾਂ ਅਕਾਲੀ ਦਲ ਬਾਦਲ ਨੇ RSS ਤੇ BJP ਦੇ ਨਾਲ ਮਿਲ ਕੇ ਅਕਾਲ ਤਖਤ ਸਾਹਿਬ ਨੂੰ RSS ਦੇ ਥੱਲੇ ਦੇ ਦਿੱਤਾ। ਜਿਹੜੇ ਜਥੇਦਾਰ ਨੇ ਉਹ ਵੀ RSS ਦੇ ਹੁਕਮ ਪੜ੍ਹ ਕੇ ਸੁਣਾਉਂਦੇ ਨੇ। ਯਾਰ ਕਿਤੇ ਤਾਂ ਛੱਡ ਦਿਓ ਕੌਮ ਨੂੰ। ਸਿਰਸਾ ਸਾਹਿਬ, ਤੁਸੀਂ ਤਾਂ ਮਾੜਾ ਮੋਟਾ ਤਰਸ ਕਰੋ ਕੌਮ ਤੇ। ਤੁਸੀਂ ਤਾਂ ਦਿੱਲੀ 'ਚ ਵਿੱਚ ਬੈਠੇ ਹੋ, ਜਿੱਥੇ ਸਾਰਾ ਕੁਝ ਹੋਇਆ, ਜਿੱਥੇ ਨਵੰਬਰ 1984 ਦੇ ਵਿੱਚ ਜੋ ਭਾਣਾ ਵਾਪਰਿਆ, ਤੁਸੀਂ ਉਸੇ ਦਿੱਲੀ ਦੇ ਵਿੱਚ ਬੈਠੇ ਹੋ। ਉਹ ਅੱਜ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੇ 2-2 ਕਰੋੜ ਰੁਪਈਆ ਦੇ ਕੇ ਕਲੀਨ ਚਿੱਟਾ ਲੈਣਗੇ ਸਾਡੇ ਕੋਲੋਂ। ਕੌਮ ਨੂੰ ਬਿਲਕੁਲ ਵੀ ਮਨਜ਼ੂਰ ਨਹੀਂ। ਮੈਂ ਐਲਾਨ ਕਰਦਾ ਕਿ ਸਿਰਸੇ ਦਾ ਵਿਰੋਧ ਕਰਾਂਗੇ ਤੇ ਘਰਾਓ ਵੀ ਕਰਾਂਗੇ ਜੇ ਸਿਰਸੇ ਨੇ ਇਹਦਾ 2 ਕਰੋੜ ਰੁਪਇਆ ਵਾਪਸ ਨਾ ਕੀਤਾ। ਮੈਂ ਸਿਰਸੇ ਨੂੰ ਦੱਸਣਾ ਚਾਹੁੰਦਾ, ਇਹਦਾ 2 ਕਰੋੜ ਰੁਪਇਆ ਵਾਪਸ ਕਰੇ ਤੇ ਨਾਲੇ ਦੱਸੇ ਕਿ ਜਿਹਨੇ ਸਿੱਖਾਂ ਦੀ ਨਸਲਕੁਸ਼ੀ ਕਰਾਈ ਹੋਵੇ 1984 ਦੇ ਵਿੱਚ, ਅਸੀਂ ਇਹੋ ਜਿਹੇ ਹਥਿਆਰੇ ਬੰਦੇ ਤੋਂ ਪੈਸੇ ਨਹੀਂ ਲੈ ਸਕਦੇ। ਗੁਰਦੁਆਰਾ ਸਾਹਿਬ ਦਾ ਪ੍ਰਬੰਧ ਜਾਂ ਲੰਗਰ ਨੇ ਇਹ ਇਹੋ ਜਿਹੇ ਹਥਿਆਰਿਆਂ ਦੇ ਪੈਸਿਆਂ ਦੇ ਨਾਲ ਨਹੀਂ ਚੱਲ ਸਕਦਾ। ਯਾਰ ਕਦੇ ਤੁਸੀਂ ਅਡਵਾਨੀ ਨੂੰ ਸਰੋਪਾ ਦਿੰਦੇ ਹੋ ਦਰਬਾਰ ਸਾਹਿਬ ਤੋਂ, ਕਦੇ ਤੁਸੀਂ ਬਾਜਪਾਈ ਨੂੰ ਦਿੰਦੇ ਹੋ, ਕਦੇ ਤੁਸੀਂ ਉਹਨਾਂ ਲੋਕਾਂ ਨੂੰ ਜਿਹੜੇ ਕਹਿੰਦੇ ਸੀਗੇ ਵੀ ਇਹਨਾਂ ਨੂੰ ਪਾਕਿਸਤਾਨ ਭੇਜੋ, ਜਿਨ੍ਹਾਂ ਨੇ ਸਾਡੀ ਨਸਲਕੁਸ਼ੀ ਕੀਤੀ ਆ, ਤੁਸੀਂ ਉਹਨਾਂ ਨੂੰ ਦਰਬਾਰ ਸਾਹਿਬ ਦੇ ਵਿੱਚ ਬੁਲਾ ਕੇ ਉੱਥੇ ਸਰੋਪੇ ਦਿੰਦੇ ਹੋ। ਕੀ ਕੁਝ ਨਹੀਂ ਕਰੇ। ਕਦੇ ਤੁਹਾਡਾ ਬਾਦਲ ਸਰਸੇ ਵਾਲੇ ਨੂੰ ਮਾਫੀ ਦੇ ਦਿੰਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਵਾਤੀ, ਉਹਨਾਂ ਦੇ ਦੋਸ਼ੀਆਂ ਨੂੰ ਨਹੀਂ ਫੜਿਆ ਜਾਂਦਾ। ਬਾਦਲ ਪਰਿਵਾਰ ਨੇ ਕਰਵਾਈ ਆ। ਬਿਕਰਮਜੀਤ ਸਿੰਘ ਮਜੀਠੀਆ ਚਿੱਟਾ ਵੇਚ ਰਿਹਾ। ਜੋ ਕੁਝ ਹੋ ਰਿਹਾ ਪੰਜਾਬ ਦੇ ਵਿੱਚ, ਅਕਾਲੀ ਦਲ ਬਿਲਕੁਲ ਕਲੰਕਿਤ ਕਰਕੇ ਰੱਖਤਾ। ਤੁਸੀਂ ਸਾਰਾ ਸਿੱਖ ਕੌਮ ਦਾ ਇਤਿਹਾਸ ਸੀ ਸਾਡਾ, ਸਾਰੇ ਦਾ ਸਾਰਾ ਤੁਸੀਂ ਕਲੰਕਿਤ ਕਰਕੇ ਧਰ ਦਿੱਤਾ। ਤੁਸੀਂ ਆਪਣੇ ਨਿੱਜੀਆਂ ਗਰਜਾਂ ਲਈ, ਆਪਣੀ ਨਿੱਜੀ ਸ਼ੌਹਰਤ ਦੇ ਲਈ, ਆਪਣੇ ਆਪ ਨੂੰ ਸੈਂਟਰ ਦੇ ਅੱਗੇ ਦੇਸ਼ ਭਗਤ ਤੇ ਵਫਾਦਾਰ ਦਿਖਾਉਣ ਦੇ ਲਈ, ਸੈਂਟਰ ਗਵਰਨਮੈਂਟ ਦੇ ਅੱਗੇ ਤੁਸੀਂ ਆਪਣੇ ਆਪ ਨੂੰ ਵਫਾਦਾਰ ਦਿਖਾਉਣ ਦੇ ਲਈ, ਦੇਸ਼ ਭਗਤ ਦਿਖਾਉਣ ਦੇ ਲਈ ਤੁਸੀਂ ਸਿੱਖਾਂ ਦੀਆਂ ਤੇ ਸਿੱਖ ਕੌਮ ਦੀਆਂ ਜੜ੍ਹਾਂ 'ਚ ਤੇਲ ਪਾ ਰਹੇ ਹੋ। ਪਰ ਕੌਮ ਇਹ ਬਰਦਾਸ਼ਤ ਨਹੀਂ ਕਰੂਗੀ, ਨਾ ਕਦੇ ਕੌਮ ਤੁਹਾਨੂੰ ਮਾਫ ਕਰੂਗੀ। ਯਾਰ ਮੈਨੂੰ ਦੱਸੋ ਤਾਂ ਸਹੀ, ਉਸ ਬੰਦੇ ਤੋਂ ਪੈਸੇ ਲੈ ਰਹੇ ਹੋ ਤੁਸੀਂ?
ਮੈਂ ਬੇਨਤੀ ਕਰਦਾ ਸਾਰਿਆਂ ਨੂੰ, ਇਹ ਸਿਰਸੇ ਨੂੰ ਸਵਾਲ ਕੀਤਾ ਜਾਵੇ, ਤੁਰੰਤ ਉਹਦੇ ਪੈਸੇ ਵਾਪਸ ਕੀਤੇ ਜਾਣ ਤੇ ਲਿਖਿਆ ਜਾਵੇ ਤੇ ਇਹ ਕਹਿ ਕੇ ਵਾਪਸ ਕੀਤੇ ਜਾਣ ਕਿ ਸਿੱਖਾਂ ਦੇ ਹਥਿਆਰੇ ਤੋਂ ਅਸੀਂ ਪੈਸੇ ਨਹੀਂ ਲੈ ਸਕਦੇ। ਇਹਨਾਂ ਨੇ ਤਾਂ ਯਾਰ ਸਰਸੇ ਵਾਲੇ ਸਾਧ ਨੂੰ ਮਾਫੀ ਦੇਤੀ ਤੇ ਬਾਈਬਲ ਕਲਾਂ ਦੇ ਵਿੱਚ ਗੋਲੀਆਂ ਚਲਵਾ ਕੇ ਸਾਡੇ 2 ਸਿੰਘ ਸ਼ਹੀਦ ਕਰਵਾਤੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਇਹਨਾਂ ਨੇ ਕਰਵਾਈ ਆ ਤੇ ਕੈਪਟਨ ਸਾਹਿਬ ਮਿਲ ਕੇ ਇਹਨਾਂ ਨੂੰ ਬਚਾ ਰਹੇ ਨੇ। ਸੋ ਦਿੱਲੀ ਦੇ ਵਿੱਚ ਤਾਂ ਘੱਟੋ ਘੱਟ ਸਿਰਸਾ ਸਾਹਿਬ, ਤੁਸੀਂ ਦਿੱਲੀ ਦੇ ਵਿੱਚ ਇਹ ਘਟਨਾ ਹੋਈਆਂ ਨੇ, ਦਿੱਲੀ ਦੇ ਵਿੱਚ ਸਿੱਖਾਂ ਨੂੰ ਮਾਰਿਆ ਗਿਆ, ਲਾਸ਼ਾਂ ਬਲਾਤਕਾਰ ਹੋਏ ਨੇ ਦਿੱਲੀ ਦੇ ਵਿੱਚ ਸ਼ਰੇਆਮ ਰੋਡਾਂ ਦੇ ਉੱਤੇ। ਅਸੀਂ ਕਿਵੇਂ ਭੁੱਲ ਸਕਦੇ ਹਾਂ ਨਵੰਬਰ 1984 ਜਦੋਂ ਸਾਡੀਆਂ ਧੀਆਂ ਨੂੰ, ਸਾਡੀਆਂ ਮਾਵਾਂ ਨੂੰ, ਯਾਰ ਤੁਸੀਂ ਉਹ ਬਿੱਡੋ ਕਲੋਨੀਓ ਦੇਖ ਲੈਂਦਾ ਯਾਰ, ਇਹ ਤੋਂ ਪੈਸੇ ਲੈਣ ਤੋਂ ਪਹਿਲਾਂ ਤੂੰ ਸ਼ਰਮ ਕਰਨੀ ਚਾਹੀਦੀ ਆ ਮਾੜੀ ਮੋਟੀ ਯਾਰ। ਤੁਸੀਂ ਸਿੱਖ ਕੌਮ ਦਾ ਇਤਿਹਾਸ ਨੂੰ ਕਲੰਕਿਤ ਕਰ ਰਹੇ ਹੋ ਤੁਸੀਂ ਲੋਕ। ਕੀ ਸਾਡੀਆਂ ਆਉਣ ਵਾਲੀਆਂ ਨਸਲਾਂ ਪੜ੍ਹਨਗੀਆਂ? ਕੀ ਅਸੀਂ ਦੱਸਾਂਗੇ ਨਸਲਾਂ ਨੂੰ ਆਪਣੀਆਂ ਨੂੰ ਵੀ ਜਿਹੜੇ ਅਮਿਤਾਭ ਬੱਚਨ ਨੇ ਇੰਦਰਾ ਗਾਂਧੀ ਮਰੀ ਦੇ ਸਰਾਣੇ ਖੜ ਕੇ ਕਿਹਾ ਕਿ ਖੂਨ ਦਾ ਬਦਲਾ ਖੂਨ, ਇੰਦਰਾ ਗਾਂਧੀ ਦੇ ਖੂਨ ਦੇ ਛਿੱਟੇ ਸਿੱਖਾਂ ਦੇ ਘਰਾਂ ਤੱਕ ਜਾਣੇ ਚਾਹੀਦੇ ਨੇ। ਜਿਹੜੇ ਅਮਿਤਾਭ ਬੱਚਨ ਨੇ ਰਾਜੀਵ ਨਾਲ ਮਿਲ ਕੇ ਸਿੱਖਾਂ ਦੇ ਘਰਾਂ ਦੀਆਂ ਰਾਤੋਂ ਰਾਤ ਵੋਟਰ ਲਿਸਟਾਂ ਮੰਗਾ ਕੇ ਰਾਤੋਂ ਰਾਤ ਸਿੱਖਾਂ ਦੇ ਘਰਾਂ ਦੀਆਂ ਨਿਸ਼ਾਨਦੇਹੀਆਂ ਕੀਤੀਆਂ, ਉੱਥੇ ਪੈਟਰੋਲ ਬੰਬ ਲਿਆਂਦੇ, ਉੱਥੇ ਟਾਇਰ ਮੰਗਾਏ ਗਏ, ਉੱਥੇ ਹੋਰ ਸਾਰੀ ਸਮੱਗਰੀ ਮੁਹੱਈਆ ਕਰਵਾਈ ਗਈ ਕਿ ਸਿੱਖਾਂ ਨੂੰ ਸਬਕ ਸਿਖਾਇਆ ਜਾਵੇ। ਉਹ ਅਮਿਤਾਭ ਬੱਚਨ ਤੋਂ ਤੁਸੀਂ ਪੈਸੇ ਲੈ ਰਹੇ ਹੋ? ਸ਼ਰਮ ਕਰਨੀ ਚਾਹੀਦੀ ਆ ਮਾੜੀ ਮੋਟੀ ਯਾਰ ਤੁਹਾਨੂੰ। ਕਦੇ ਵੀ ਸਿੱਖ ਕੌਮ ਬਰਦਾਸ਼ਤ ਨਹੀਂ ਕਰੂਗੀ। ਨਾ ਅੱਜ ਤੱਕ ਗੁਰੂ ਦਾ ਲੰਗਰ ਇਹਨਾਂ ਲੋਕਾਂ ਦੇ ਪੈਸਿਆਂ ਨਾਲ ਚੱਲਿਆ, ਨਾ ਹੀ ਚੱਲਦਾ ਆਇਆ। ਅਸੀਂ ਤਾਂ, ਸਾਡੇ ਗੁਰੂ ਸਾਹਿਬਾਨਾਂ ਨੇ ਤਾਂ ਅਕਬਰ ਜੰਗੀਰ ਦੇ ਰਿਹਾ ਸੀ ਲੰਗਰ ਨੂੰ, ਉਹ ਨਹੀਂ ਲਈ ਹੈਗੀ ਤੇ ਤੁਸੀਂ ਸਿਰਫ 2 ਕਰੋੜ ਤੇ ਇਹਨੂੰ ਕਲੀਨ ਚਿੱਟ ਦੇਣ ਨੂੰ ਫਿਰਦੇ ਹੋ। ਬਿਲਕੁਲ ਸਿਰਸੇ ਦਾ ਘਰਾਓ ਕਰਾਂਗੇ, ਸਿਰਸੇ ਨੂੰ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਜੇ ਤੁਸੀਂ ਇਹ ਕੰਮ ਕਰੋਗੇ। ਤੇ ਮੈਂ ਆਸ ਕਰਦਾ ਕਿ ਬਿਲਕੁਲ ਜਿਹੜੀ ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਜਿੰਨੇ ਵੀ ਮੈਂਬਰ ਨੇ ਉਹਦੇ ਵਿੱਚ, ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਯਾਰ ਤੁਸੀਂ ਦਿੱਲੀ ਦੇ ਵਿੱਚ ਰਹਿੰਦੇ ਹੋ। ਸਾਰੀ ਦਿੱਲੀ ਕਮੇਟੀ ਨੂੰ ਮੈਂ ਪੁੱਛਣਾ ਚਾਹੁੰਦਾ, ਤੁਸੀਂ ਦਿੱਲੀ ਦੇ ਵਿੱਚ ਰਹਿੰਦੇ ਹੋ, ਤੁਸੀਂ ਉਸ ਟਾਈਮ ਤੇ ਗਵਾਹ ਵੀ ਹੋ ਜਿਸ ਟਾਈਮ ਸਾਡੇ ਨਾਲ ਇਹ ਕੁਝ ਹੋਇਆ। ਸਾਰੇ ਪ੍ਰੂਫ ਨੇ, ਕਿਹਨੇ ਕਰਵਾਇਆ, ਕਿਵੇਂ ਹੋਇਆ। ਅੱਜ ਉਹ ਬੰਦਾ ਸਾਨੂੰ 2 ਕਰੋੜ ਰੁਪਇਆ ਦੇ ਕੇ ਕਹਿੰਦਾ ਮੈਨੂੰ ਕਲੀਨ ਚਿੱਟ ਮਿਲ ਜੂਗੀ, ਮੈਂ ਸਿੱਖਾਂ ਨੂੰ 2 ਕਰੋੜ ਰੁਪਇਆ ਦੇਤਾ। ਬਿਲਕੁਲ ਵੀਰੇ ਸਿਰਸੇ ਨੂੰ ਵਿਧਵਾ ਕਲੋਨੀ ਦਿਸਦੀ ਹੋ ਨਹੀਂ। ਮੈਂ ਉਹੀ ਕਹਿਣਾ ਸਿਰਸਾ ਸਾਹਿਬ, ਵਿਧਵਾ ਕਲੋਨੀ ਦੇ ਵਿੱਚ ਗੇੜਾ ਮਾਰਿਆ ਓ, ਜਾ ਕੇ ਉੱਥੇ ਮਾਤਾ ਜਗਦੀਸ਼ ਕੌਰ ਦੀਆਂ ਗੱਲਾਂ ਸੁਣ ਲਿਓ ਤੇ ਉੱਥੇ ਵਿਧਵਾ ਕਲੋਨੀ ਦੇ ਵਿੱਚ ਜਾ ਕੇ ਸਾਡੀਆਂ ਮਾਤਾਵਾਂ ਨੂੰ ਮਿਲਿਆ ਆਇਓ। ਜਾ ਕੇ ਸ਼ਾਇਦ ਤੁਹਾਡੀ ਜਿਹੜੀ ਜ਼ਮੀਰ ਮਰੀ ਹੋਈ, ਸੁੱਤੇ ਹੋਈ ਜ਼ਮੀਰ ਆ, ਤੁਹਾਡੀ ਅਣਖ ਜਾਗ ਆਵੇ, ਤੁਹਾਨੂੰ ਉੱਥੇ ਜਾ ਆਇਓ। ਵਿਡੋ ਕਲੋਨੀ ਦੇ ਵਿੱਚ ਜਿਹੜੀ ਵਿਧਵਾ ਕਲੋਨੀ ਆ, ਉੱਥੇ ਜਾ ਕੇ ਉੱਥੇ ਦੇਖ ਆਇਓ। ਬਿਲਕੁਲ ਵੀ ਕੌਮ ਨੂੰ ਬਰਦਾਸ਼ਤ ਨਹੀਂ, ਸਾਨੂੰ ਨਹੀਂ ਲੋੜ ਇਹੋ ਜਿਹੇ ਖੂਨੀ ਦੀ, ਪਤਾ ਨਹੀਂ ਕਿਹਦੀ ਗੰਦੀ ਔਲਾਦ ਆ ਅਮਿਤਾਭ ਬੱਚਨ, ਇਹੋ ਜਿਹੇ ਗੰਦੇ ਖੂਨ ਦੀ ਸਾਨੂੰ ਬਿਲਕੁਲ ਵੀ, ਗੰਗੂ ਦੇ ਖੂਨ ਦੀ। 2 ਕਰੋੜ ਕੀ ਸਾਨੂੰ ਅਰਬਾਂ ਖਰਬਾਂ ਰੁਪਈਆ ਵੀ ਦੇ ਦੇਵੇ ਤਾਂ ਵੀ ਇਹਨੂੰ ਸਾਨੂੰ ਮਨਜ਼ੂਰ ਨਹੀਂ ਸਿੱਖ ਕੌਮ ਨੂੰ। ਮੈਂ ਆਸ ਕਰਦਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਹੋਰ ਮੈਂਬਰ ਨੇ ਉਹ ਸਾਰੇ ਇਸ ਚੀਜ਼ ਦਾ ਵਿਰੋਧ ਕਰਨ ਤੇ ਸਿੱਖ ਕੌਮ ਦੀਆਂ ਜਿਹੜੀਆਂ ਭਾਵਨਾਵਾਂ ਬਿਲਕੁਲ ਇਸ ਨਾਲ ਬਲੂੰਦਰੀਆਂ ਗਈਆਂ ਨੇ, ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਇਹਦਾ ਪੈਸਾ ਵਾਪਸ ਕੀਤਾ ਜਾਵੇ ਤੇ ਕਿਹਾ ਜਾਵੇ ਕਿ ਅਸੀਂ ਇਹੋ ਜਿਹੇ ਕਾਤਲ ਬੰਦੇ ਤੋਂ ਪੈਸੇ ਨਹੀਂ ਲੈ ਸਕਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।